गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरु गुरबाणी गुरु विच उपदेश दे गए, जिन्ना भी उपदेश वो अपने मन नूं दिता जांदा, सारी जिहड़ी कहानी वो अपने मन की चलती। ये जो शरीर तन है, इस नूं गुरु नानक देव जी ने पिंड, खेत, धरती, देश करके के पासे कर दिता। जिहड़ा इहदे विच आके मन खेल खेलदा, मन की ते मन के तन की कहानी चलती। ये जिहड़ा शरीर है, तन है, जिन्हों आप देखते हैं दृष्टमान शरीर, यही गल नहीं हो रही, मन की ते मन के तन की गल हो रही। हुण मन ते मन का तन वखरा है, ये जिहड़ा शरीर है, ये शरीर वखरा है। मन वखरियां ज्ञान इंद्रियां, कर्म इंद्रियां जितियां, मन दे उत्ते सुगम कपड़ा दिता होया आकार उन्होंने दिता, जिहड़ा दिन दे समय इसे शरीर च आउंदा है, ये शरीर नूं लैके चलदा, खेल खेलदा। ते जदों रात आउंदी है, मन इस नूं छड्ड के वापस अपने घर, अपने देश नूं चला जांदा है। मन वो है, मन का आकार तन वो है, जिहड़ा आपां रात नूं सुपने दे विच देखदे। शरीर तां इत्थे पिया हुंदा, रात नूं जिहड़ा चलदा है, जिहड़ा गल्लां बातां करदा, जिहड़ा आके सवेर नूं दसदा भी रात मैनूं आह सुपना आया सी, वो जो सुपने विच चल रहा, सुपने दे विच देख रहे है, वो मन है, ते मन दे उत्ते वो तन दिता होया है। हुण मन नूं मैल लगदी,
ਤੇ ਮਨ ਦੇ ਤਨ ਨੂੰ ਵੀ ਮੈਲ ਲੱਗ ਜਾਂਦੀ। ਜਿਵੇਂ ਆਪਾਂ ਸੰਸਾਰ 'ਚ ਚੱਲਦੇ ਆ, ਇਹ ਆਪਣਾ ਤਨ ਮੈਲਾ ਹੋ ਜਾਂਦਾ, ਤਨ ਤੇ ਜਿਹੜਾ ਕੱਪੜਾ ਪਾਉਂਦੇ ਉਹ ਕੱਪੜਾ ਵੀ ਮੈਲਾ ਹੋ ਜਾਂਦਾ, ਸਰੀਰ ਵੀ, ਤਨ ਵੀ ਮੈਲਾ ਤੇ ਕੱਪੜਾ ਵੀ ਮੈਲਾ। ਇਸੇ ਤਰ੍ਹਾਂ ਹੀ ਮਨ ਦੇ ਉੱਤੇ ਉਹ ਕੱਪੜਾ ਦਿੱਤਾ, ਜਦੋਂ ਮਨ ਮੈਲਾ ਹੋ ਜਾਂਦਾ ਉਹ ਮਨ ਦਾ ਤਨ ਵੀ ਨਾਲ ਮੈਲਾ ਹੋ ਜਾਂਦਾ, ਉਹਨੂੰ ਵੀ ਮੈਲ ਲੱਗ ਜਾਂਦੀ। ਜਿਵੇਂ ਮੰਨ ਲਓ ਬਈ ਜੀਵ ਦਾ ਸਰੀਰ ਮੈਲਾ ਹੋਵੇ, ਉਹ ਨਹਾਵੇ ਧੋਵੇ ਨਾ ਤੇ ਕੱਪੜੇ ਜਿੰਨੇ ਮਰਜ਼ੀ ਉੱਤੇ ਸੋਹਣੇ ਪਾ ਲਵੇ, ਉਹ ਫਿਰ ਉਹਨੇ ਕੱਪੜੇ ਵੀ ਮੈਲੇ ਹੋ ਜਾਣੇ ਉਹਦੇ ਨਾਲ, ਕਿਉਂਕਿ ਉਹਦੇ ਤਨ ਨੂੰ ਇੰਨੀ ਮੈਲ ਲੱਗੀ। ਇਸੇ ਤਰ੍ਹਾਂ ਹੀ ਜਦੋਂ ਮਨ ਮੈਲਾ ਹੋ ਜਾਂਦਾ, ਫਿਰ ਮਨ ਦਾ ਜਿਹੜਾ ਤਨ ਹੈ ਉਹ ਵੀ ਮੈਲਾ ਹੋ ਜਾਂਦਾ। ਮਨ ਨੂੰ ਕੋਹੜ ਚੱਲ ਜਾਂਦਾ, ਮਨ ਦੇ ਤਨ ਨੂੰ ਵੀ ਕੋਹੜ ਚੱਲ ਜਾਂਦਾ। ਫਿਰ ਆਪਣੇ ਮਨ ਨੂੰ ਸਮਝਾਉਂਦੇ, ਜਦੋਂ ਆਪਾਂ ਇਸ ਸਤਸੰਗ 'ਚ ਆਉਂਦੇ ਹਾਂ, ਸਿਮਰਨ ਕਰਦੇ ਹਾਂ, ਇਹਦੇ ਨਾਲ ਫਿਰ ਸਾਡਾ ਮਨ ਤੇ ਮਨ ਦਾ ਜਿਹੜਾ ਉਹ ਤਨ ਹੈ, ਇਹ ਦੋਵੇਂ ਧੋਤੇ ਜਾਂਦੇ। ਮਹਾਰਾਜ ਫਰਮਾਉਂਦੇ, ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਈ ਰੋਗਾ। ਜਦੋਂ ਅਸੀਂ ਸਿਮਰਨ ਕਰਦੇ ਹਾਂ ਉਦੋਂ ਵੀ ਮਨ ਤੇ ਮਨ ਦਾ ਤਨ ਧੋਤਾ ਜਾਂਦਾ। ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ, ਇੱਕ ਜਣਾ ਵਿਚਾਰ ਕਰਦੇ ਹਾਂ, ਆਪਾਂ ਬਾਕੀ ਸਾਰੇ ਧਿਆਨ ਦੇ ਨਾਲ ਸੁਣਦੇ ਹਾਂ, ਇਹਦੇ ਨਾਲ ਵੀ ਸਾਡਾ ਮਨ ਤੇ ਮਨ ਦਾ ਤਨ ਧੋਤਾ ਜਾਂਦਾ। ਮਾਰੇ ਫਰਮਾਉਂਦੇ, ਮਨ ਤਨ ਧੋਵੇ ਸ਼ਬਦ ਵਿਚਾਰੀ। ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਸਾਡਾ ਮਨ ਤੇ ਮਨ ਦਾ ਤਨ ਦੋਵੇਂ ਧੋਤੇ ਜਾਣੇ। ਆਹ ਸਰੀਰ ਦੀ ਗੱਲ ਨਹੀਂ ਕਰਦੇ, ਇਹਨੂੰ ਤਾਂ ਆਪਾਂ ਪਾਣੀ ਨਾਲ ਧੋਨੇ, ਇਹਦੀ ਮੈਲ ਦਾ ਆਪਾਂ ਪਾਣੀ ਤੇ ਸਾਬਣ ਨਾਲ ਲਾ ਲੈਂਦੇ, ਲੈ ਜਾਂਦੀ। ਜਿਹੜੀ ਮਨ ਦੇ ਉੱਤੇ ਤੇ ਮਨ ਦੇ ਤਨ ਤੇ ਮੈਲ ਲੱਗੀ ਹੈ, ਉਹ ਪਾਣੀ ਨਾਲ ਨਹੀਂ ਲੱਥਦੀ, ਉਹ ਸਾਬਣ ਨਾਲ ਨਹੀਂ ਲੈਂਦੀ। ਉਹਦੇ ਵਾਸਤੇ ਫਿਰ ਸਿਮਰਨ ਹੈ ਤੇ ਸ਼ਬਦ ਦੀ ਵਿਚਾਰ ਹੈ। ਆਓ ਹੁਣ ਜੋ ਆਪਾਂ ਪਿਛਲੇ ਕੁਝ ਦਿਨਾਂ ਤੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਆਪਾਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਉਪਦੇਸ਼ ਦੇ ਰਹੇ, ਸਮਝਾ ਰਹੇ, ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਇਹ ਵਿਚਾਰ ਕਰਦੇ ਹਾਂ। ਕੱਲ੍ਹ ਆਪਾਂ 8ਵੀਂ ਅਸ਼ਟਪਦੀ ਤੇ ਵਿਚਾਰ ਕਰ ਰਹੇ ਸੀ, 5 ਪਦਿਆਂ ਤੱਕ ਆਪਾਂ ਵਿਚਾਰ ਕੀਤੀ ਸੀ। ਇਸ ਤੋਂ ਅੱਗੇ 6ਵੇਂ ਪਦੀ ਵਿੱਚ ਸਤਿਗੁਰੂ ਜੋ ਆਪਾਂ ਨੂੰ ਭੇਦ ਦੇ ਰਹੇ ਬ੍ਰਹਮ ਗਿਆਨੀ ਦਾ, ਬ੍ਰਹਮ ਗਿਆਨੀ ਦੀ ਸੋਭਾ, ਬ੍ਰਹਮ ਗਿਆਨੀ ਦੀ ਮਹਿਮਾ ਦੱਸ ਰਹੇ ਨੇ, ਬ੍ਰਹਮ ਗਿਆਨੀ ਦੀ ਸਾਨੂੰ ਪਹਿਚਾਣ ਦੱਸ ਰਹੇ ਨੇ। ਮਹਾਰਾਜ ਫਰਮਾਉਂਦੇ, ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ, ਬ੍ਰਹਮ ਗਿਆਨੀ ਏਕ ਸੰਗ ਹੀਤਾ। ਜੋ ਬ੍ਰਹਮ ਗਿਆਨੀ, ਉਹ ਬ੍ਰਹਮ ਨੂੰ ਜਾਣਨ ਵਾਲਾ, ਪਰਮਾਤਮਾ ਨੂੰ, ਨਿਰੰਕਾਰ ਨੂੰ ਬ੍ਰਹਮ ਆਖੇ। ਬ੍ਰਹਮ ਗਿਆਨੀ ਨੂੰ ਇਹ ਭੇਦ ਹੈ ਕਿ ਕਿਵੇਂ ਇਹ ਸਾਰਾ ਬ੍ਰਹਮ ਤੋਂ ਪਸਾਰਾ ਹੋਏ। ਜਿਸ ਨੂੰ ਮਹਾਰਾਜ ਕਹਿੰਦੇ, ਬ੍ਰਹਮੋਂ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਕਿ ਕਿਵੇਂ ਇਹ ਬ੍ਰਹਮ ਪਰਮਾਤਮਾ ਇੱਕ ਤੋਂ ਸਾਰਾ ਪਸਾਰਾ ਹੋਇਆ, ਉਹ ਬ੍ਰਹਮ ਗਿਆਨੀ ਨੂੰ ਭੇਦ ਮਾਲਕ ਨੇ ਦਿੱਤਾ। ਫਿਰ ਬ੍ਰਹਮ ਗਿਆਨੀ ਉਸ ਇੱਕ ਨਿਰੰਕਾਰ ਮਾਲਕ ਦੇ ਨਾਲ ਹੀ ਉਸ ਦਾ ਪ੍ਰੇਮ ਹੈ, ਉਹਦਾ ਮਾਲਕ ਦੇ ਨਾਲ ਹੀਤ ਹੈ, ਦੂਜੇ ਨਾਲ ਨਹੀਂ, ਇੱਕ ਨਾਲ ਹੈ। ਦੂਜਾ ਕੀ ਹੈ? ਦੂਜੀ ਹੈ ਮਾਇਆ। ਮਨਮੁਖ ਦਾ ਜਿਹੜਾ ਪਿਆਰ ਉਹ ਦੂਜੇ ਨਾਲ ਹੁੰਦਾ। ਦੂਜਾ ਕੀ ਹੈ? ਸਰੀਰ ਦੂਜਾ, ਇਹ ਆਕਾਰ ਦੂਜੇ, ਇਹ ਸੰਸਾਰ ਦੀਆਂ ਵਸਤੂਆਂ ਦੂਜੀਆਂ। ਇੱਕ ਜੋ ਹੈ ਉਹ ਮਾਲਕ ਆਪ ਨਿਰੰਕਾਰ ਜੋਤ ਸਰੂਪ ਪ੍ਰਕਾਸ਼ ਰੂਪ।
ਇਸ ਵਾਸਤੇ ਫਿਰ ਜਿਹੜਾ ਤਾਂ ਮਨਮੁਖ ਉਹ ਮਾਇਆ ਦੇ ਹੇਤ ਦੇ ਵਿੱਚ, ਮਾਇਆ ਦੇ ਮੋਹ ਪਿਆਰ ਦੇ ਵਿੱਚ ਸੁੱਤਾ ਪਿਆ। ਮਹਾਰਾਜ ਕਹਿੰਦੇ ਮਨਮੁਖ ਸੁੱਤਾ ਮਾਇਆ ਮੋਹ ਪਿਆਰ, ਵੀ ਮਨਮੁਖ ਦਾ ਜਿਹੜਾ ਹੇਤ ਪਿਆਰ ਉਹ ਇੱਕ ਦੇ ਨਾਲ ਨਹੀਂ, ਉਹ ਦੂਜੇ ਨਾਲ ਹੈ। ਤੇ ਜਦੋਂ ਅਸੀਂ ਦੂਜੇ ਨਾਲ ਪਿਆਰ ਪਾਉਂਦੇ ਹਾਂ, ਇਹ ਮਾਇਆ ਸਾਡੇ ਮਨ ਨੂੰ ਸਵਾ ਦਿੰਦੀ ਹੈ। ਦੂਜੇ ਦਾ ਮੋਹ, ਦੂਜੇ ਦਾ ਪਿਆਰ, ਇਹਦੇ ਨਾਲ ਅਸੀਂ ਸੌਂ ਜਾਂਦੇ ਹਾਂ। ਤੇ ਜੋ ਇੱਕ ਦਾ ਪਿਆਰ ਹੈ ਮਾਲਕ ਦਾ, ਉਹਦੇ ਨਾਲ ਸਾਡਾ ਮਨ ਜਾਗਤ ਅਵਸਥਾ 'ਚ ਰਹਿੰਦਾ, ਉਹਦੇ ਨਾਲ ਜਾਗ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਵੀ ਜੋ ਬ੍ਰਹਮ ਗਿਆਨੀ ਉਹਦਾ ਇੱਕ ਦੇ ਨਾਲ ਪ੍ਰੇਮ ਹੈ, ਇੱਕ ਦੇ ਨਾਲ ਹੀ ਪ੍ਰੀਤ ਹੈ। ਫਿਰ ਮਹਾਰਾਜ ਦੱਸਦੇ ਬ੍ਰਹਮ ਗਿਆਨੀ ਕਹੇ ਹੋਏ ਅਚੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬਈ ਜੋ ਬ੍ਰਹਮ ਗਿਆਨੀ ਉਹ ਅਚੰਤ ਅਵਸਥਾ 'ਚ, ਉਹਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਸੈਂਸਾ ਨਹੀਂ ਹੁੰਦਾ। ਉਹ ਸਦਾ ਅਚੰਤ ਰਹਿੰਦੇ। ਕਿਵੇਂ ਅਚੰਤ ਰਹਿੰਦੇ? ਕਿਉਂਕਿ ਉਹ ਮਾਲਕ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ, ਨਾਮ ਦੇ ਨਾਲ। ਜਿਸ ਨੂੰ ਮਹਾਰਾਜ ਕਹਿੰਦੇ ਚਿੰਤਾ ਛੋੜ ਅਚੰਤ ਰਹੋ ਨਾਨਕ ਲਗ ਪਾਈ। ਕਿ ਜੇ ਤਾਂ ਅਸੀਂ ਮਾਲਕ ਦੇ ਚਰਨਾਂ ਦੇ ਨਾਲ ਜੁੜੇ ਹਾਂ ਤੇ ਅਸੀਂ ਅਚੰਤ ਰਵਾਂਗੇ। ਜੇ ਅਸੀਂ ਨਾਮ ਦੇ ਨਾਲ ਨਹੀਂ ਜੁੜੇ ਫਿਰ ਸਾਨੂੰ ਚਿੰਤਾ ਲੱਗੀ ਰਹਿਣੀ, ਕੋਈ ਨਾ ਕੋਈ ਸਾਨੂੰ ਚਿੰਤਾ ਫਿਕਰ ਉਹਨਾਂ ਨੇ ਸਤਾਉਂਦੇ ਹੀ ਰਹਿਣਾ ਸਾਨੂੰ। ਪਰ ਜੋ ਗੁਰਮੁਖ ਬ੍ਰਹਮ ਗਿਆਨੀ ਉਹਨੂੰ ਕੋਈ ਚਿੰਤਾ ਨਹੀਂ, ਉਹ ਚਿੰਤ ਅਵਸਥਾ 'ਚ ਵਸਦੇ। ਫਿਰ ਉਹਨਾਂ ਦਾ ਜੋ ਉਪਦੇਸ਼, ਜੋ ਸਾਨੂੰ ਬਚਨ ਸੁਣਾਉਂਦੇ, ਉਹ ਉਹਨਾਂ ਦਾ ਕੀਤਾ ਹੋਇਆ ਉਪਦੇਸ਼, ਉਹਨਾਂ ਦੇ ਬਚਨ, ਉਹ ਵੀ ਸਾਡੇ ਮਨ ਨੂੰ ਨਿਰਮਲ ਕਰ ਦਿੰਦੇ। ਜਦੋਂ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਸੁਣਦੇ ਹਾਂ, ਉਹਨਾਂ ਦਾ ਸੰਗ ਕਰਦੇ ਹਾਂ, ਉਹਨਾਂ ਦੇ ਬਚਨ, ਉਹਨਾਂ ਦਾ ਉਪਦੇਸ਼ ਅੰਮ੍ਰਿਤਮਈ ਬਚਨ ਹੁੰਦੇ, ਉਹ ਸਾਡੇ ਮਨ ਦੇ ਉੱਤੇ ਬਚਨਾਂ ਦੀ ਧੂੜੀ ਪੈਂਦੀ ਤੇ ਸਾਡੇ ਮਨ ਤੋਂ ਮੈਲ ਉਤਰ ਜਾਂਦੀ, ਸਾਡਾ ਮਨ ਤੇ ਤਨ ਹੈ ਜਿਹੜਾ ਉਹ ਨਿਰਮਲ ਹੋ ਜਾਂਦਾ, ਸ਼ੁੱਧ ਹੋ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਅਚਿੰਤ ਅਵਸਥਾ 'ਚ ਤੇ ਬ੍ਰਹਮ ਗਿਆਨੀ ਦਾ ਜੋ ਉਪਦੇਸ਼ ਹੈ, ਜੋ ਉਹਨਾਂ ਦੀ ਵਿਚਾਰਧਾਰਾ, ਜੋ ਉਹਨਾਂ ਦੇ ਬਚਨ, ਉਹ ਸਾਡੇ ਮਨ ਤੋਂ ਮੈਲ ਲਾ ਦਿੰਦੇ, ਉਹ ਸਾਨੂੰ ਵੀ ਪਵਿੱਤਰ ਕਰ ਦਿੰਦੇ। ਇਸ ਲਈ ਜਦੋਂ ਫਿਰ ਆਪਾਂ ਸਤਸੰਗਤ ਕਰਦੇ ਹਾਂ, ਸ਼ਬਦ ਦੀ ਵਿਚਾਰ ਸੁਣਦੇ ਹਾਂ, ਉਹਦੇ ਨਾਲ ਸਾਡੇ ਮਨ ਤੋਂ ਮੈਲ ਉਤਰਦੀ, ਮਨ ਵੀ ਸ਼ੁੱਧ ਤੇ ਮਨ ਦਾ ਤਨ ਵੀ ਸ਼ੁੱਧ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਬ੍ਰਹਮ ਗਿਆਨੀ ਉਹੀਓ ਬਣਦਾ ਜਿਹਨੂੰ ਮਾਲਕ ਆਪ ਬਣਾਉਂਦਾ, ਜਿਹਦੇ ਤੇ ਮਾਲਕ ਆਪ ਕਿਰਪਾ ਕਰਦੇ, ਆਪ ਟੁੱਟਦੇ, ਉਹਨਾਂ ਨੂੰ ਫਿਰ ਇਹ ਬ੍ਰਹਮ ਗਿਆਨੀ ਦਾ ਖਿਤਾਬ ਦਿੱਤਾ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਵੀ ਬ੍ਰਹਮ ਗਿਆਨੀ ਦਾ ਜਿਹੜਾ ਪ੍ਰਤਾਪ ਉਹ ਵੱਡਾ, ਬ੍ਰਹਮ ਗਿਆਨੀ ਦੀ ਮਹਿਮਾ ਵੱਡੀ ਉੱਚੀ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਜੇ ਐਸੇ ਬ੍ਰਹਮ ਗਿਆਨੀ ਦਾ ਸਾਨੂੰ ਸੰਗ ਹੋ ਜੇ, ਅਸੀਂ ਉਹਨਾਂ ਦਾ ਸੰਗ ਕਰ ਲਈਏ ਤੇ ਫਿਰ ਅਸੀਂ ਇਹ ਜੀਵਨ ਦੀ ਬਾਜੀ ਨੂੰ ਜਿੱਤ ਜਾਂਦੇ। ਇਹ ਸੰਸਾਰ ਸਾਗਰ ਤੋਂ, ਭਵ ਸਾਗਰ ਤੋਂ ਆਪਾਂ ਪਾਰ ਹੋ ਜਾਂਦੇ। ਆਪਦੇ ਘਰ ਦੇ ਵਿੱਚ ਅਸੀਂ ਆਉਣ ਜਾਣ ਬਣਾ ਲੈਂਦੇ, ਸਦਾ ਵਾਸਤੇ ਆਪਾਂ ਜੀਵਨ ਮੁਕਤ ਹੋ ਜਾਂਦੇ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਬ੍ਰਹਮ ਗਿਆਨੀ ਦਾ ਦਰਸ਼ਨ ਸਾਨੂੰ ਬੜੇ ਵੱਡੇ ਭਾਗ ਜੇ ਹੋਣ ਫੇਰ ਪ੍ਰਾਪਤ ਹੁੰਦਾ ਹੈ।
नहीं तो ब्रह्म ज्ञानी का संग तो दूर की गल, सानू उन्होंने दर्शन भी नहीं प्राप्त होंगे। महाराज कहते भी वो भी बड़े भागां वाले ने जिन्हों ने ब्रह्म ज्ञानियों के दर्शन किए, जिन्हों ने संग ही कर लिया वो तो जीवन की बाजी में जित ही गए, वो तो तारी गए। जिन्हों ने दर्शन भी किया उन्होंने भी महाराज बड़भागी कहते। तो ऐसा जो ब्रह्म ज्ञानी कहते उन्होंने चों असी वार वार बलिहारे जाते हैं, सदके जाते हैं। जिहदी इन्नी महिमा इन्नी वडियाई है बई वो आप तो जीवन मुक्त है ही, आप जो मालक का रूप ही ने। कोई भी जीव किड्डा भी वड्डा पापी सारी उम्र जीव ने उन्हें नाम नहीं जपिया, सारी उम्र मनमुख नास्तिक होया रहा, तो वह जे अंत समा आया होवे ते उधरों ऐसे गुरमुख चले जान, उन्होंने सन्मुख हो जाए, उन्होंने दर्शन हो जान तो उन्होंने भी जम छड्ड जांदी, उन्होंने भी मुक्त करा देंदे। इन्नी मालक ने वडियाई दिती। महाराज कहते जो मिलिया हर दीवान स्यों सबनी दीवानी मिले, जिथे वो जाए तिथे वो सुरखरू उसके मुँह डिठे सब पापी तरे। उस अंतर नाम निधान है नामों परवरे। बई वो ब्रह्म ज्ञानी बई जिहड़ा नाम दे नाल आप जुड़िया वो आप तां मुक्त है, आप तो अमर है। तो वो मूँह देख के वो दर्शन करके ही किन्ने पापी भी तर जाते। सो इस वास्ते जिहड़ी वडियाई सारी नाम दी मारे करते भी नाम की इन्नी महिमा इन्नी वडियाई है भी नाम दे नाल जुड़ के आप तो गुरमुख तरते ही तरते नाल होर पता नहीं कन्या कनूं तार लेते। इस वास्ते महाराज कहते भी ऐसे गुरमुखां तो ऐसे ब्रह्म ज्ञानी तो असीं बारे जाने बलिहारे जाते हैं। फिर महाराज कहते ब्रह्म ज्ञानी को खोजे महेश्वर, नानक ब्रह्म ज्ञानी आप परमेश्वर। ब्रह्म ज्ञानियों देवी देवते वो भी लोचते भी उन्होंने सानू दर्शन हो जान, क्योंकि ब्रह्म ज्ञानी आप परमेश्वर का रूप हो गए, उहदे ते परमेश्वर च कोई फर्क नहीं, कोई अंतर नहीं। इस वास्ते फिर जिथे ब्रह्म ज्ञानी विचार करते जो ये अकाश कहानी करते मालक नूं मिलाप दा रस्ता सानूं दसदे, उथे एक तां जीव आपां दृष्ट मन च इकट्ठे हुंदे हां जिवें आपां संगत चाहुंदे हां, ते उथे होर भी जिहड़े महेश्वर देवी देवते वो भी आ जाते उन्हां दी संगत दे विच, उन्हां दे दर्शन करन वास्ते, उन्हां दी विचार सुन के उन्हां नूं भी सुख, उन्हां नूं भी आनंद आउंदा है। जदों अपना मन पारदर्शी हो जाता, आप बिल्कुल विचारों तो रहत हो जाते, फिर वो आपको दिखाई देते। जिमें आप सिमरन करांगे, सिमरन करके साडा मन पारदर्शी हो गया तो आपको दिसणगे देवी देवते। तो कई बार आप सहज सुभाਅ जिमें सिमरन करते हैं जां विचार चलती है, उदों कई बार आपां नूं इदां उन्हां दा झलकारा भी पै जांदा, जां आपां नूं लगेगा भी तुर के लंघ गया, जां आपां नूं उदां दिस पैणगे। तो इस करके महाराज कहते भी जो ब्रह्म ज्ञानी उस नूं फिर ये जिहड़े देवी देवते वो भी खोजते हुए वो भी उन्हां दी संगत च आ जांदे, वो भी उन्हां दे दर्शन करते थे, वो भी फिर ये आनंद माणते। क्योंकि ब्रह्म ज्ञानी महाराज कहते भी वो परमेश्वर परमात्मा का ही रूप हो गया, उहदे ते मालक दे विच कोई फर्क नहीं है।
फिर महाराज दसदे ब्रह्म ज्ञानी की कीमत नाहीं, ब्रह्म ज्ञानी के सगल मन माही। बई जो ब्रह्म ज्ञानी है उसकी जिहड़ी कीमत वो जानी नहीं जा सकती, उसकी कीमत का अंदाजा नहीं लाया जा सकता, मुੱਲ है। जिवें संसार दे विच तां हर एक चीज़ जो आप दृष्टमन देखते हैं उसकी कीमत है, किसी की कीमत ज़्यादा है, किसी की घट है। और जो ब्रह्म ज्ञानी है उसकी कोई कीमत नहीं। जिवें नाम है परमात्मा का, वो अमल वस्तु है, जिहड़े नाम दे नाल जुड़ गए वो भी अमल होगी। जिवें महाराज दसदे साईं नाम अमोल, कीम न कोई जान दो। बई जो साईं का नाम है, मालक का अमोल है, उसकी कीमत नहीं जानी जा सकती। जिवें नाम की कीमत नहीं जानी जा सकती, इस तरह ब्रह्म ज्ञानी की भी नहीं जानी जा सकती, क्योंकि ब्रह्म ज्ञानी आप नाम च समा गया ते उहदे विच ते मालक दे विच कोई अंतर, कोई फर्क ही नहीं रहा है। इस वास्ते फिर ब्रह्म ज्ञानी दे विच नाम दे विच समाउण करके उहदे विच वो सारे गुण आ जांदे जिहड़े परमात्मा दे विच। इसलिए महाराज कहते भी उहदे ते मालक दे विच कोई फर्क नहीं, क्योंकि दोवां दे विच इक्को जिहे गुण ने। जिवें परमात्मा दे गुण ने वो निरभौ है, उन्होंने किसी का भय नहीं, किसी का डर नहीं। इसी तरह ही ब्रह्म ज्ञानी निरभौ हो जाता है, उन्होंने किसी का डर नहीं। फिर मालक निरवैर है, ਉਹਦਾ ਕਿਸੇ ਨਾਲ ਵੈਰ नहीं। इसी तरह ही ब्रह्म ज्ञानी ਉਹਦੇ ਵਿੱਚ भी उहियो गुण है, वो भी निरवैर है, ਉਹਦਾ ਕਿਸੇ ਨਾਲ कोई वैर नहीं। सो जो गुण फिर परमात्मा च ने उहियो ब्रह्म ज्ञानी दे विच होण करके तां कहंदे ब्रह्म ज्ञानी के सगल मन माही। भी ਉਹਦੇ मन दे विच ਉਹਦੇ अंदर वो सारे गुण परमात्मा दे मौजूद। जिवें भगतां दे विच आए, गुरु साहब ने भगतां दी वडियाई कीती, महिमा कीती गुरु अर्जन देव जी ने। जिवें बाबा कबीर जी दी, भगत नामदेव जी दी, भगत रविदास जी दी, भगत सैन दी, भगत धन्ना जी, उन्हां दी महिमा करदे भी उन्हां दे विच वो सारे गुण आ गए मालक दे जदों उन्हां ने भगती कीती, नाम दे नाल जुड़े। इसे तरह ही ब्रह्म ज्ञानी दे विच वो सारे गुण, भगत दे ब्रह्म ज्ञानी दे विच वो सारे गुण ने मालक वाले। फिर महाराज दसदे ब्रह्म ज्ञानी का कौन जाने भेद, ब्रह्म ज्ञानी को सदा आदेश। ब्रह्म ज्ञानी का जिहड़ा भेद वो कोई जान नहीं सकता। जे ब्रह्म ज्ञानी आप ही कृपा करे तो सानू जिन्ना कि जनावे असी उहदा भेद जान सकते, नहीं तो असी उहदा भेद नहीं जान सकते। इस वास्ते जिहदा भेद नहीं जानिया जा सकता तो उहनूं सदा ही फिर महाराज कहंदे ऐसे ब्रह्म ज्ञानी नूं नमस्कार करनी बनदी। बई उहनूं साडा सदा ही आदेश, सदा ही साडी नमस्कार है। जिवें परमात्मा का भेद नहीं जानिया जा सकता, मालक का अंत नहीं पाया जा सकता, इसे तरह ही जो ब्रह्म ज्ञानी वो मालक का ही रूप हो गया तो वह भी बेअंत हो गया, जिहड़ा उहदे विच लीन हो गया उहदा ही रूप हो गया। इस करके उहदा भी जिहड़ा भेद है वो भेद पाया नहीं जा सकता, उहदा भी अंत नहीं पाया जा सकता। भी उहदी किन्नी क महिमा, किन्नी को उसकी उपमा, किन्नी को उसकी पहुँच किथे तक वो असी अंदाजा भी नहीं ला सकते। इस वास्ते फिर सानू कहते भी वह भेद ब्रह्म ज्ञानी का नहीं पाया जा सकता। तो ऐसे ब्रह्म ज्ञानी नूं फिर सदा ही नमस्कार करो, उसनूं उहदे अगे सीस झुकाओ। फिर महाराज दसदे ब्रह्म ज्ञानी का कथया न जाए अदाखर। ब्रह्म ज्ञानी सर्व का ठाकर,
ਬ੍ਰਹਮ ਗਿਆਨੀ ਦੀ ਅਸੀਂ ਜੇ ਮਹਿਮਾ ਕਰਨ ਵੀ ਲੱਗੀਏ ਤੇ ਉਹਦੀ ਮਹਿਮਾ ਵਿੱਚ ਅਸੀਂ ਅੱਧਾ ਅੱਖਰ ਵੀ ਨਹੀਂ ਬੋਲ ਸਕਦੇ, ਕਿਉਂਕਿ ਉਸ ਦੀ ਜਿਹੜੀ ਮਹਿਮਾ ਸਾਡੀ ਕਹਿਣੀ ਕਥਨੀ ਤੋਂ ਬਾਹਰ ਹੈ। ਅਸੀਂ ਜੇ ਕਥਨ ਵੀ ਲੱਗੀਏ ਤਾਂ ਵੀ ਅਸੀਂ ਕਥ ਨਹੀਂ ਸਕਦੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਕਿਉਂਕਿ ਬ੍ਰਹਮ ਗਿਆਨੀ ਜਿਹੜਾ ਉਸ ਮਾਲਕ ਜੋ ਠਾਕਰ ਪਰਮਾਤਮਾ ਉਹਦੇ ਵਿੱਚ ਲੀਨ, ਉਹਦੇ ਵਿੱਚ ਸਮਾਉਣ ਕਰਕੇ, ਇਸੇ ਕਰਕੇ ਵੀ ਜਿਵੇਂ ਅਸੀਂ ਮਾਲਕ ਦੀ ਮਹਿਮਾ ਵਡਿਆਈ ਨਹੀਂ ਕਰ ਸਕਦੇ, ਇਸੇ ਤਰ੍ਹਾਂ ਅਸੀਂ ਬ੍ਰਹਮ ਗਿਆਨੀ ਦੀ ਵੀ ਨਹੀਂ ਵਡਿਆਈ ਕਰ ਸਕਦੇ। ਜਿਵੇਂ ਮਹਾਰਾਜ ਦੱਸਦੇ ਵੀ ਜੇ ਅਸੀਂ ਪਰਮਾਤਮਾ ਦੇ ਗੁਣ ਗਾਉਣ ਲੱਗੀਏ, ਜੇ ਅਸੀਂ ਲਿਖਣ ਲੱਗੀਏ ਤੇ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮਹਾਰਾਜ ਕਹਿੰਦੇ ਵੀ ਸਾਰੀ ਜਿੰਨੀ ਧਰਤੀ ਹੈ ਵਸੁਧਾ, ਇਹਦਾ ਜੇ ਅਸੀਂ ਕਾਗਜ਼ ਬਣਾ ਲਈਏ, ਜਿਹੜੇ ਸਮੁੰਦਰ ਨੇ ਸਾਰੇ ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਈਏ, ਤੇ ਜਿੰਨੀ ਬਨਸਪਤੀ ਹੈ, ਫਸਲ ਵਾੜੀਆਂ, ਦਰਖਤ ਪੌਦੇ, ਇਹਨਾਂ ਦੀ ਕਲਮ ਬਣਾ ਕੇ ਜੇ ਅਸੀਂ ਲਿਖਣਾ ਸ਼ੁਰੂ ਕਰੀਏ ਤੇ ਅਸੀਂ ਮਾਲਕ ਦੇ ਗੁਣ ਨਹੀਂ ਬਿਆਨ ਕਰ ਸਕਦੇ। ਇਸੇ ਤਰ੍ਹਾਂ ਹੀ ਅਸੀਂ ਬ੍ਰਹਮ ਗਿਆਨੀ ਦੀ ਜੇ ਔਸਤਤ ਲਿਖਣ ਲੱਗੀਏ ਤੇ ਉਹਦੀ ਅਸੀਂ ਔਸਤਤ ਲਿਖ ਹੀ ਨਹੀਂ ਸਕਦੇ, ਕਰ ਹੀ ਨਹੀਂ ਸਕਦੇ। ਇਸ ਲਈ ਮਹਾਰਾਜ ਕਹਿੰਦੇ ਕਬੀਰ ਸਤ ਸਮੁੰਦਰ ਮਸ ਕਰੋ, ਕਲਮ ਕਰੋ ਬਨਰਾਏ, ਬਸੋਧਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਬਈ ਅਸੀਂ ਇੰਨਾ ਵੀ ਜੇ ਸਾਰਾ ਕਰ ਲਈਏ, ਸੱਤਾਂ ਸਮੁੰਦਰਾਂ ਨੂੰ, ਪਾਣੀ ਨੂੰ ਸ਼ਾਹੀ ਬਣਾ ਲਈਏ, ਬਨਸਪਤੀ ਦੀ ਕਲਮ ਬਣਾ ਕੇ ਤੇ ਧਰਤੀ ਨੂੰ ਕਾਗਜ਼ ਬਣਾ ਕੇ ਲਿਖਣ ਲੱਗੀਏ ਤੇ ਅਸੀਂ ਲਿਖ ਨਹੀਂ ਸਕਦੇ, ਇੰਨੇ ਮਾਲਕ ਦੇ ਗੁਣ ਨੇ। ਇਸੇ ਤਰ੍ਹਾਂ ਹੀ ਜੇ ਅਸੀਂ ਬ੍ਰਹਮ ਗਿਆਨੀ ਦੇ ਗੁਣ ਦੇਖਣ ਲੱਗੀਏ ਤੇ ਉਹਦੇ ਗੁਣਾਂ ਨੂੰ ਬਿਆਨ ਕਰਨ ਲੱਗੀਏ ਤੇ ਅਸੀਂ ਕਰ ਹੀ ਨਹੀਂ ਸਕਦੇ ਉਹਦੇ ਗੁਣ, ਕਿਉਂਕਿ ਮਾਲਕ ਦੇ ਬਰਾਬਰ ਹੀ ਆ, ਉਹਦੇ ਤੇ ਮਾਲਕ ਦੇ ਵਿੱਚ ਕੋਈ ਫਰਕ ਹੀ ਨਹੀਂ, ਅੰਤਰ ਹੀ ਨਹੀਂ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਰ ਹਰ ਜਨ ਦੋਈ ਏਕ, ਬਿਬ ਵਿਚਾਰ ਕਿਛ ਨਹੀਂ, ਵੀ ਉਹਨਾਂ ਦੇ ਵਿੱਚ ਕੋਈ ਅੰਤਰ ਹੀ ਨਹੀਂ, ਕੋਈ ਫਰਕ ਹੀ ਨਹੀਂ ਹੈ, ਦੋਵੇਂ ਇੱਕ ਹੀ ਰੂਪ ਨੇ। ਜਲ ਦੇ ਉਪਜੇ ਤਰੰਗ ਜਿਉਂ ਜਾਲੀ ਵਿਖੇ ਸਮਾਏ, ਜਿਵੇਂ ਜਲ ਚੋਂ ਤਰੰਗ ਉੱਠੀ ਫੇਰ ਉਹਦਾ ਹੀ ਰੂਪ ਹੋ ਗਈ। ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ, ਕੋਈ ਅੰਤਰ ਨਹੀਂ ਹੈ। ਫੇਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਬ੍ਰਹਮ ਗਿਆਨੀ ਦੀ ਜਿਹੜੀ ਸੋਭਾ, ਵਡਿਆਈ, ਉਹਦੀ ਮਹਿਮਾ, ਉਸ ਨੂੰ ਕੌਣ ਵਿਖਿਆਨ ਕਰੇ, ਕੌਣ ਉਹਦਾ ਅੰਦਾਜ਼ਾ ਲਾ ਸਕਦਾ, ਕੌਣ ਦੱਸ ਸਕਦਾ। ਮਹਾਰਾਜ ਕਹਿੰਦੇ ਜੇ ਕੋਈ ਹੋਰ ਬ੍ਰਹਮ ਗਿਆਨੀ ਹੋਵੇ, ਉਹ ਬ੍ਰਹਮ ਗਿਆਨੀ ਦੀ ਜਿਹੜੀ ਗਤ, ਉਹ ਬ੍ਰਹਮ ਗਿਆਨੀ ਹੀ ਜਾਣ ਸਕਦਾ, ਆਮ ਜੀਵ ਆਪਾਂ ਨਹੀਂ ਜਾਣ ਸਕਦੇ, ਆਪਾਂ ਉਹਦਾ ਭੇਦ ਨਹੀਂ ਪਾ ਸਕਦੇ। ਜੇ ਕੋਈ ਹੋਰ ਬ੍ਰਹਮ ਗਿਆਨੀ, ਉਹ ਜਾਣ ਸਕਦਾ, ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਜਾਣ ਸਕਦਾ। ਜਿਵੇਂ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਵੀ ਸੰਸਾਰੀ ਕੋਈ ਵੀ ਜੀਵ ਜਿਹੜਾ ਕੋਈ ਕਿੱਤਾ ਕਰਦਾ ਹੈ, ਜੋ ਕੋਈ ਕਰਮ ਕਰਦਾ ਹੈ, ਉਹ ਆਪਦੇ ਕਰਮ ਦੇ ਵਿੱਚ ਮਾਹਰ ਹੈ ਤੇ ਉਹ ਦੂਸਰੇ ਨੂੰ ਪਹਿਚਾਣ ਲੈਂਦਾ। ਜਿਵੇਂ ਕੋਈ ਜਵਾਰੀ ਹੈ ਤੇ ਉਹ ਜਵਾਰੀ ਨੂੰ ਦੂਸਰੇ ਨੂੰ ਪਹਿਚਾਣ ਲਏਗਾ, ਵੀ ਉਹਨੂੰ ਪਤਾ ਲੱਗ ਜਾਏਗਾ ਵੀ ਇਹ ਵੀ ਜਵਾਰੀ ਹੈ। ਇਸੇ ਤਰ੍ਹਾਂ ਹੀ ਜਿਵੇਂ ਕੋਈ ਵੀ ਜੀਵ ਸੰਸਾਰ ਦੇ ਵਿੱਚ ਜਿਹਦੇ ਕੋਲ ਕੋਈ ਅਹੁਦਾ, ਉਹ ਦੂਸਰੇ ਦੇ ਅਹੁਦੇ ਨੂੰ ਉਹ ਜਾਣ ਲੈਂਦਾ ਹੈ, ਉਹ ਪਛਾਣ ਸਕਦਾ ਹੈ। ਇਸੇ ਤਰ੍ਹਾਂ ਹੀ ਜੋ ਬ੍ਰਹਮ ਗਿਆਨੀ ਹੈ, ਫਿਰ ਉਹਦੀ ਜਿਹੜੀ ਗਤ, ਉਹ ਬ੍ਰਹਮ ਗਿਆਨੀ ਹੀ ਜਾਣ ਸਕਦਾ, ਕੋਈ ਆਮ ਜੀਵ ਨਹੀਂ ਜਾਣ ਸਕਦਾ। ਉਹਨੂੰ ਨਹੀਂ ਭੇਦ ਆਏਗਾ ਵੀ ਇਹਦੀ ਕੀ ਅਵਸਥਾ ਹੈ, ਇਹ ਕੌਣ ਹੈ। ਜੋ ਬ੍ਰਹਮ ਗਿਆਨੀ ਉਹ ਪਹਿਚਾਣ ਲੇ, ਉਹਨੂੰ ਪਤਾ ਹੈ।
ਇਸ ਵਾਸਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਆਪਾਂ ਫਿਰ ਇਹ ਸਤਸੰਗਤ ਕਰਦੇ ਹਾਂ, ਸਾਨੂੰ ਸਤਿਗੁਰੂ ਜੋ ਉਪਦੇਸ਼ ਦਿੰਦੇ ਆਪਾਂ ਉਹ ਉਪਦੇਸ਼ ਨੂੰ ਮੰਨਦੇ ਹਾਂ, ਸਿਮਰਨ ਅਭਿਆਸ ਕਰਦੇ ਹਾਂ, ਫਿਰ ਸਾਨੂੰ ਗਿਆਨ ਦੀ ਅੱਖ ਦਿੱਤੀ ਜਾਂਦੀ ਵੀ ਜਿਹਦੇ ਨਾਲ ਅਸੀਂ ਦੇਖ ਸਕੀਏ, ਗਿਆਨ ਦੀ ਕਸਵੱਟੀ ਨਾਲ, ਗਿਆਨ ਦੀ ਅੱਖ ਦੇ ਨਾਲ। ਜੇ ਸਾਡੇ ਕੋਲ ਗਿਆਨ ਦਾ ਨੇਤਰ ਹੈਗਾ ਫਿਰ ਸਾਨੂੰ ਪਹਿਚਾਣ ਆ ਸਕਦੀ ਵੀ ਇਹ ਬ੍ਰਹਮ ਗਿਆਨੀ। ਜੇ ਸਾਡੇ ਕੋਲ ਗਿਆਨ ਦਾ ਨੇਤਰ ਹੀ ਨਹੀਂ, ਅਸੀਂ ਅਗਿਆਨਤਾ ਦੇ ਵਿੱਚ ਸੁੱਤੇ ਪਏ, ਸੁੱਤੇ ਪਿਆਂ ਨੂੰ ਕੀ ਪਤਾ ਕੌਣ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਬ੍ਰਹਮ ਗਿਆਨੀ ਦੀ ਜੋ ਅਵਸਥਾ ਹੈ, ਉਸ ਅਵਸਥਾ ਨੂੰ ਕੋਈ ਦੂਸਰਾ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ, ਆਮ ਜੀਵ ਨੂੰ ਭੇਤ ਨਹੀਂ ਆਉਂਦਾ ਉਸਦਾ। ਫਿਰ ਮਹਾਰਾਜ ਦੱਸਦੇ ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਮਹਾਰਾਜ ਕਹਿੰਦੇ ਵੀ ਜਿਵੇਂ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਇਸੇ ਤਰ੍ਹਾਂ ਹੀ ਜੋ ਬ੍ਰਹਮ ਗਿਆਨੀ ਉਹਦਾ ਵੀ ਪਾਰਾਵਾਰ, ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਅਵਸਥਾ ਦਾ। ਇਸ ਵਾਸਤੇ ਫਿਰ ਜਿਵੇਂ ਮਾਲਕ ਨੂੰ ਅਸੀਂ ਨਮਸਕਾਰ ਕਰਦੇ ਹਾਂ, ਪਰਮਾਤਮਾ ਨੂੰ, ਇਸੇ ਤਰ੍ਹਾਂ ਹੀ ਕਹਿੰਦੇ ਵੀ ਬ੍ਰਹਮ ਗਿਆਨੀ ਨੂੰ ਵੀ ਨਮਸਕਾਰ ਹੈ। ਜਿਵੇਂ ਮਹਾਰਾਜ ਸਾਨੂੰ ਸਮਝਾਉਂਦੇ ਨਾ, ਜਿਸ ਠਾਕਰ ਸਿਉ ਨਾਹੀ ਚਾਰਾ, ਪਾਕੋ ਕੀਜੇ ਸਦ ਨਮਸਕਾਰਾ। ਬਈ ਜਿਸ ਮਾਲਕ ਅੱਗੇ ਸਾਡਾ ਕੋਈ ਚਾਰਾ ਨਹੀਂ ਚੱਲਣਾ, ਉਹਨੂੰ ਸਦਾ ਨਮਸਕਾਰ ਕਰਨੀ ਬਣਦੀ। ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਜਿਹਦਾ ਅਸੀਂ ਅੰਤ ਹੀ ਨਹੀਂ ਪਾ ਸਕਦੇ, ਜਿਹਦੀ ਅਵਸਥਾ ਤਾਂ ਸਾਨੂੰ ਪਤਾ ਹੀ ਨਹੀਂ ਵੀ ਕਿੰਨੀ ਕੁ ਉੱਚੀ ਹੈ, ਉਹਨੂੰ ਤਾਂ ਫਿਰ ਨਮਸਕਾਰੀ ਕਰਨੀ ਬਣਦੀ ਹੈ, ਕਿਉਂਕਿ ਸਾਨੂੰ ਪਤਾ ਹੀ ਨਹੀਂ ਵੀ ਉਹ ਕਿਹੜੀ ਅਵਸਥਾ ਦੇ ਵਿੱਚ। ਇਸ ਵਾਸਤੇ ਫਿਰ ਸਤਿਗੁਰੂ ਵੀ ਕਹਿੰਦੇ ਵੀ ਐਸੇ ਬ੍ਰਹਮ ਗਿਆਨੀ ਨੂੰ ਅਸੀਂ ਵੀ ਸਦਾ ਨਮਸਕਾਰ ਕਰਦੇ। ਫਿਰ ਮਹਾਰਾਜ ਦੱਸਦੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। ਜਿਵੇਂ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਭ ਦੀ ਪਾਲਣਾ ਪੋਸ਼ਣ ਕਰਨ ਵਾਲਾ, ਇਸੇ ਤਰ੍ਹਾਂ ਹੀ ਜਦੋਂ ਬ੍ਰਹਮ ਗਿਆਨੀ ਮਾਲਕ ਦੇ ਵਿੱਚ ਲੀਨ ਹੋ ਗਿਆ, ਉਹ 'ਚ ਸਮਾ ਗਿਆ, ਤੇ ਉਹ ਵੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੋ ਗਿਆ। ਇਸ ਲਈ ਫਿਰ ਜਿਵੇਂ ਮਾਲਕ ਪਰਮਾਤਮਾ ਆਪ ਅਵਿਨਾਸੀ ਹੈ, ਉਹ ਜੰਮਦਾ ਮਰਦਾ ਨਹੀਂ ਹੈ, ਉਹ ਸਦਾ ਰਹਿਣ ਵਾਲਾ ਹੈ, ਇਸੇ ਤਰ੍ਹਾਂ ਹੀ ਜੋ ਬ੍ਰਹਮ ਗਿਆਨੀ ਉਹ ਵੀ ਫਿਰ ਸਦਾ ਜਿਉਂਦਾ ਹੈ, ਉਹ ਮਰਦਾ ਨਹੀਂ ਹੈ। ਕਿਉਂਕਿ ਜਦੋਂ ਅਸੀਂ ਮਾਲਕ ਦੇ ਵਿੱਚ ਲੀਨ ਹੋ ਗਏ, ਉਹਦੇ 'ਚ ਸਮਾ ਗਏ, ਤੇ ਫਿਰ ਅਸੀਂ ਸਦਾ ਵਾਸਤੇ ਅਮਰ ਹੋ ਗਏ। ਪਰਮਾਤਮਾ ਅਵਿਨਾਸੀ ਹੈ, ਜੇ ਉਹਨੂੰ ਮਿਲ ਕੇ ਆਪਾਂ ਵੀ ਅਵਿਨਾਸੀ ਹੋ ਗਏ, ਉਹਦਾ ਨਾਸ ਨਹੀਂ ਹੁੰਦਾ। ਜਿਵੇਂ ਮਨਮੁਖ ਦਾ ਵਾਰ-ਵਾਰ ਜੰਮਦਾ ਮਰਦਾ, ਵਾਰ-ਵਾਰ ਜੂਨਾਂ ਦੇ ਵਿੱਚ ਆਉਂਦਾ ਜਾਂਦਾ, ਪਰ ਜੋ ਬ੍ਰਹਮ ਗਿਆਨੀ ਉਹ ਸਦਾ ਜਿਉਂਦਾ, ਉਹ ਕਦੇ ਮਰਦਾ ਨਹੀਂ ਹੈ, ਕਿਉਂਕਿ ਉਹ ਮਾਲਕ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ, ਸਮਾ ਜਾਂਦਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਬ੍ਰਹਮ ਗਿਆਨੀ ਸਾਧੂ ਸੰਤ ਇਸ ਸੰਸਾਰ ਦੇ ਵਿੱਚੋਂ ਜਾਂਦੇ, ਵੀ ਉਹਨਾਂ ਨੂੰ ਕੀ ਰੋਣਾ, ਕਿਉਂਕਿ ਉਹ ਤਾਂ ਆਪਦੇ ਘਰ ਚਲੇ ਗਏ, ਮਾਲਕ ਦੇ ਵਿੱਚ ਸਦਾ ਵਾਸਤੇ ਲੀਨ ਹੋ ਗਏ, ਉਹ ਤਾਂ ਸਦਾ ਹੀ ਜਿਉਂਦੇ ਨੇ, ਉਹ ਕਿਹੜਾ ਮਰਦੇ ਨੇ। ਵੀ ਰੋਣਾ ਜਿਹੜਾ ਉਹ ਤਾਂ ਮਨਮੁਖਾਂ ਨੂੰ ਹੁੰਦਾ, ਜਿਹੜਾ ਵਾਰ-ਵਾਰ ਜੰਮਦਾ ਮਰਦਾ। ਇਸ ਲਈ ਮਹਾਰਾਜ ਫਰਮਾਉਂਦੇ, ਕਬੀਰ ਸੰਤ ਮੁਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਗਤ ਵਾਪੜੀ, ਜੋ ਹੱਟੇ ਹਾਟ ਬਕਾਏ। ਵੀ ਰੋਵੋ ਉਹਨਾਂ ਸਾਗਤਾਂ ਨੂੰ, ਮਨਮੁਖਾਂ ਨੂੰ, ਜਿਨ੍ਹਾਂ ਨੂੰ ਮਾਨਸ ਜਾਮਾ ਤਾਂ ਮਿਲੇ ਆ, ਪਰ ਮਾਨਸ ਜਾਮੇ ਦਾ ਉਹਨਾਂ ਨੇ ਲਾਹਾ ਹੀ ਨਹੀਂ ਖੱਟਿਆ, ਵਾਪਸ ਫੇਰ ਜੂਨਾਂ 'ਚ ਮੁੜ ਗਏ। ਤੇ ਜਿਹੜੇ ਸੰਤ ਬ੍ਰਹਮ ਗਿਆਨੀ ਗੁਰਮੁਖ,
ਉਹਨਾਂ ਨੂੰ ਕੀ ਰੋਣਾ, ਕਿਉਂਕਿ ਉਹ ਤਾਂ ਆਪਦੇ ਘਰ ਚਲੇ ਗਏ, ਉਹ ਤਾਂ ਸਦਾ ਹੀ ਜਿਉਂਦੇ ਨੇ, ਉਹ ਤਾਂ ਸਦਾ ਵਾਸਤੇ ਅਮਰ ਨੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ, ਉਹ ਕਦੇ ਨਹੀਂ ਮਰਦਾ। ਫਿਰ ਮਹਾਰਾਜ ਦੱਸਦੇ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜੋ ਬ੍ਰਹਮ ਗਿਆਨੀ ਹੈ ਉਹ ਸਾਨੂੰ ਜੀਵਨ ਦੀ ਕਿਵੇਂ ਅਸੀਂ ਮੁਕਤੀ ਜੋ ਪ੍ਰਾਪਤ ਕਰਨੀ, ਕਿਵੇਂ ਅਸੀਂ ਇਹ ਜੀਵਨ ਦੀ ਜੋ ਜੁਗਤ ਹੈ, ਕਿਵੇਂ ਅਸੀਂ ਉਹ ਜੁਗਤ ਸਿੱਖਦੇ ਹੋਏ ਮਾਲਕ ਦੇ ਵਿੱਚ ਲੀਨ ਹੋਣਾ, ਕਿਵੇਂ ਅਸੀਂ ਪਰਮਾਤਮਾ ਦੇ ਵਿੱਚ ਸਮਾਉਣਾ, ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਾਨੂੰ ਉਪਦੇਸ਼ ਦੇ ਕੇ ਸਾਨੂੰ ਉਹ ਅਵਸਥਾ ਤੱਕ ਪਹੁੰਚਾ ਸਕਦਾ। ਜਿਵੇਂ ਹੁਣ ਆਪਾਂ ਹੀ ਸਿਮਰਨ ਅਭਿਆਸ ਕਰਦੇ ਹਾਂ, ਅਭਿਆਸ ਕਰਨ ਦੀ ਜੁਗਤੀ ਆਪਾਂ ਨੂੰ ਦੱਸਦੇ ਵੀ ਆਹ ਜੁਗਤੀ ਦੁਬਾਰਾ ਕਰੋ। ਜਦ ਤੱਕ ਸਾਨੂੰ ਜੁਗਤੀ ਨਹੀਂ, ਤਰੀਕਾ ਨਹੀਂ, ਉਹਨਾਂ ਸਮਾਂ ਫਿਰ ਸਾਨੂੰ ਪ੍ਰੇਮ ਭਗਤੀ ਦਾ ਭੇਤ ਨਹੀਂ ਆਉਂਦਾ। ਆਪਦੀ ਮੱਤ ਦੁਆਰਾ ਅਸੀਂ ਕਿੰਨੇ ਵੀ ਸੱਚ ਸੰਜਮ ਵਰਤ ਲਈਏ, ਕਿੰਨਾ ਅਸੀਂ ਇਸ਼ਨਾਨ ਕਰੀ ਜਾਈਏ ਇਹ ਸਰੀਰ ਦਾ, ਕਿੰਨਾ ਅਸੀਂ ਇਹਨੂੰ ਨਿਰਮਲ ਕਰਨ ਦੀ ਕੋਸ਼ਿਸ਼ ਕਰੀਏ। ਮਹਾਰਾਜ ਕਹਿੰਦੇ ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨ ਜਾਣੀਏ ਭਾਉ ਭਗਤ ਭਗਵਾਨ। ਵੀ ਜਦ ਤੱਕ ਸਾਨੂੰ ਐਸੇ ਗੁਰਮੁਖ ਨਹੀਂ ਮਿਲਦੇ, ਉਹ ਸਾਨੂੰ ਜੁਗਤ ਹੀ ਨਹੀਂ ਦੱਸਦੇ ਤੇ ਸਾਡੇ ਅੰਦਰ ਪ੍ਰੇਮਾ ਭਗਤੀ ਪੈਦਾ ਹੀ ਨਹੀਂ ਹੁੰਦੀ। ਸਾਨੂੰ ਭਗਤੀ ਦਾ ਪਤਾ ਹੀ ਨਹੀਂ ਲੱਗਦਾ ਵੀ ਭਗਤੀ ਹੈ ਕੀ ਹੈ ਤੇ ਕਰਨੀ ਕਿਵੇਂ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜੋ ਬ੍ਰਹਮ ਗਿਆਨੀ ਉਹ ਫਿਰ ਸਾਨੂੰ ਉਹ ਜੁਗਤੀ ਦੱਸਦਾ ਵੀ ਕਿਵੇਂ ਅਸੀਂ ਮੁਕਤ ਹੋਣਾ, ਕਿਵੇਂ ਅਸੀਂ ਅਮਰ ਹੋਣਾ, ਕਿਵੇਂ ਅਸੀਂ ਇਸ ਮਾਰਗ ਦੇ ਉੱਤੇ ਚੱਲਣਾ, ਮਾਲਕ ਨਾਲ ਮਿਲਾਪ ਕਰਨਾ। ਫਿਰ ਮਹਾਰਾਜ ਕਹਿੰਦੇ ਵੀ ਉਹੀ ਪੂਰਾ ਜੋ ਬ੍ਰਹਮ ਗਿਆਨੀ ਮਾਲਕ ਦਾ ਰੂਪ, ਉਹੀਓ ਪੁਰਖ ਵਿਧਾਤਾ, ਜਿਵੇਂ ਮਾਲਕ ਅਕਾਲ ਪੁਰਖ ਹੈ, ਇਸੇ ਤਰ੍ਹਾਂ ਹੀ ਫਿਰ ਉਹ ਬ੍ਰਹਮ ਗਿਆਨੀ ਸਾਨੂੰ ਸਾਡੇ ਜੀਵਨ ਦੀ ਜਾਂਚ ਦੱਸਦੇ ਹੋਏ ਇਹ ਸਾਰਾ ਭੇਦ ਦਿੰਦੇ ਵੀ ਕਿਵੇਂ ਅਸੀਂ ਆਪਦੇ ਜੀਵਨ ਦਾ ਲਾਹਾ ਖੱਟ ਕੇ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰਨਾ ਹੈ। ਫਿਰ ਮਹਾਰਾਜ ਦੱਸਦੇ ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਸ। ਬਈ ਜੋ ਬ੍ਰਹਮ ਗਿਆਨੀ ਉਹਨੇ ਆਸਰਿਆਂ ਦਾ ਆਸਰਾ, ਫਿਰ ਬ੍ਰਹਮ ਗਿਆਨੀ ਦਾ ਸਭ ਦੇ ਉੱਪਰ ਹੱਥ, ਵੀ ਸਭ ਦੇ ਉੱਤੇ ਉਹਦੀ ਕਿਰਪਾ, ਵੀ ਇਹ ਨਹੀਂ ਹੈ ਬਈ ਉਹ ਕਿਸੇ ਨਾਲ ਕੋਈ ਵਿਤਕਰਾ ਕਰਦਾ, ਕੋਈ ਫਰਕ ਕਰਦਾ, ਉਹਦੇ ਵਾਸਤੇ ਸਾਰੇ ਇੱਕੋ ਹੀ ਰੂਪ ਨੇ ਮਾਲਕ ਦਾ ਹੀ। ਇਸ ਵਾਸਤੇ ਫਿਰ ਕਹਿੰਦੇ ਵੀ ਉਹਦੀ ਸਾਰਿਆਂ ਦੇ ਉੱਤੇ ਕਿਰਪਾ, ਜਿਹੜਾ ਵੀ ਉਹਦਾ ਸੰਗ ਕਰੇ, ਜਿਹੜਾ ਵੀ ਉਹਦੇ ਵਚਨਾਂ ਨੂੰ ਮੰਨੇ ਕਮਾਵੇ ਤੇ ਉਹ ਆਪਦੇ ਜੀਵਨ ਦਾ ਲਾਹਾ ਕੱਟ ਸਕਦਾ, ਚਾਹੇ ਉਹਦਾ ਜੀਵਨ ਸੰਸਾਰ 'ਚ ਕਿੰਨਾ ਵੀ ਮਾੜਾ ਪਹਿਲਾਂ, ਵੀ ਜਦੋਂ ਉਹ ਸੰਗ ਕਰੇਗਾ ਉਹਨੇ ਤਰਨਾ ਹੀ ਤਰਨਾ। ਇਸੇ ਕਰਕੇ ਆਪਾਂ ਨੂੰ ਉਦਾਹਰਨਾਂ ਦਿੱਤੀਆਂ, ਜਿਵੇਂ ਅਜਾਮਲ ਦੀ ਉਦਾਹਰਨ ਦਿੱਤੀ, ਗਣਕਾ ਵੇਸ਼ਵਾ ਹੋਈ ਉਹਦੀ ਉਦਾਹਰਨ ਦਿੱਤੀ ਗੁਰਬਾਣੀ 'ਚ, ਵੀ ਜਦੋਂ ਉਹਨੂੰ ਸੰਗ ਹੋਇਆ ਸੰਤਾਂ ਦਾ, ਬ੍ਰਹਮ ਗਿਆਨੀਆਂ ਦਾ, ਉਹ ਵੀ ਤਰ ਗਏ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਜੁਗਤ ਦੱਸ ਦਿੱਤੀ, ਤਰੀਕਾ ਦੱਸ ਦਿੱਤਾ ਵੀ ਆਹ ਤਰੀਕੇ ਨਾਲ ਤੁਸੀਂ ਸਿਮਰਨ ਕਰੋ, ਤੇ ਉਹ ਕਰਨ ਲੱਗ ਗਏ ਤੇ ਉਹ ਤਰ ਗਏ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਵੀ ਬ੍ਰਹਮ ਗਿਆਨੀ ਦਾ ਸਭ ਉੱਪਰ ਹੱਥ, ਵੀ ਉਹ ਸਭ ਦੇ ਉੱਤੇ ਕਿਰਪਾ ਕਰਦੇ। ਉਹਨਾਂ ਨੂੰ ਇਹ ਨਹੀਂ ਹੈ ਬਈ ਜਿਵੇਂ ਸੰਸਾਰ ਤਾਂ ਔਗਣ ਦੇਖਦਾ ਨਾ ਜੀਵ, ਵੀ ਉਹ ਤਾਂ ਬੜਾ ਮਾੜਾ ਜੀ, ਉਹਨੇ ਤਾਂ ਹੀ ਕੀਤਾ, ਉਹਨੇ ਐਂ ਕੀਤਾ, ਉਹ ਕਿਸੇ ਦੇ ਔਗਣ ਨਹੀਂ ਦੇਖਦੇ। ਜਿਹੜਾ ਵੀ ਉਹਨਾਂ ਦੀ ਸ਼ਰਨ 'ਚ ਆਉਂਦਾ ਹੈ ਉਹਨਾਂ ਨੇ ਉਹਦੇ ਉੱਤੇ ਹੱਥ ਰੱਖਣਾ ਹੀ ਰੱਖਣਾ। ਫਿਰ ਮਹਾਰਾਜ ਦੱਸਦੇ ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਮਹਾਰਾਜ ਕਹਿੰਦੇ ਵੀ ਬ੍ਰਹਮ ਗਿਆਨੀ ਆਪ ਹੀ ਫਿਰ ਉਹ ਨਿਰੰਕਾਰ ਦਾ ਰੂਪ ਹੋ ਗਿਆ, ਉਹਦੇ ਤੇ ਨਿਰੰਕਾਰ 'ਚ ਕੋਈ ਫਰਕ ਨਹੀਂ। ਜਿਵੇਂ ਨਿਰੰਕਾਰ ਦੀ ਸਭ ਦੇ ਉੱਤੇ ਕਿਰਪਾ,
ਸਾਰਿਆਂ ਨੂੰ ਆਪਦੀ ਨਜ਼ਰ ਹੇਠ ਸਭ ਨੂੰ ਆਪਦੀ ਦ੍ਰਿਸ਼ਟੀ ਥੱਲੇ ਰੱਖਦਾ। ਜਿੰਨੀ ਵੀ ਮਾਲਕ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਮਹਾਰਾਜ ਕਹਿੰਦੇ ਸਭ ਨਜ਼ਰੀ ਅੰਦਰ ਰੱਖਦਾ ਜੇਤੀ ਸ੍ਰਿਸ਼ਟ ਸਭ ਕੀਤੀ। ਵੀ ਜਿੰਨੀ ਵੀ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਸਾਰੇ ਉਹਦੀ ਨਜ਼ਰ ਹੇਠ। ਇਸੇ ਤਰ੍ਹਾਂ ਹੀ ਜੋ ਬ੍ਰਹਮ ਗਿਆਨੀ ਉਹਦੇ ਵੀ ਸਾਰਾ ਨਜ਼ਰ ਹੇਠ ਹੀ ਹੈ, ਕੋਈ ਉਹਦੀ ਨਜ਼ਰ ਤੋਂ ਬਾਹਰ ਨਹੀਂ ਹੈ। ਇਸ ਲਈ ਫਿਰ ਉਹ ਬ੍ਰਹਮ ਗਿਆਨੀ ਨੂੰ ਸਾਰੇ ਜਿੰਨੇ ਵੀ ਆਕਾਰ ਉਹ ਸਭ ਮਾਲਕ ਦਾ ਰੂਪ ਵੀ ਨਜ਼ਰ ਆਉਂਦੇ ਨੇ। ਉਹਨੂੰ ਕੋਈ ਦੂਜਾ ਲੱਗਦਾ ਹੀ ਨਹੀਂ, ਤਾਂਹੀਓ ਉਹ ਕਿਸੇ ਨਾਲ ਕੋਈ ਵਿਤਕਰਨ ਨਹੀਂ ਕਰਦਾ। ਉਹਨੂੰ ਆਕਾਰ ਦੇ ਵਿੱਚ ਵੀ ਮਾਲਕ ਨਜ਼ਰ ਆਉਂਦਾ ਹੈ ਤੇ ਬਾਹਰ ਵੀ ਉਸ ਨੂੰ ਮਾਲਕ ਹੀ ਨਜ਼ਰ ਆਉਂਦਾ ਹੈ। ਫੇਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਫਿਰ ਸੱਚੇ ਪਾਤਸ਼ਾਹ ਕਹਿੰਦੇ ਵੀ ਜੋ ਬ੍ਰਹਮ ਗਿਆਨੀ ਦੀ ਸੋਭਾ, ਜੋ ਬ੍ਰਹਮ ਗਿਆਨੀ ਦੀ ਵਡਿਆਈ ਮਹਿਮਾ, ਉਹ ਫਿਰ ਕੋਈ ਬ੍ਰਹਮ ਗਿਆਨੀ ਹੀ ਕਰ ਸਕਦਾ, ਉਹੀ ਉਹ ਦੱਸ ਸਕਦਾ। ਫਿਰ ਮਹਾਰਾਜ ਕਹਿੰਦੇ ਵੀ ਜੋ ਬ੍ਰਹਮ ਗਿਆਨੀ ਉਹ ਸਭ ਦਾ ਧਨੀ, ਸਭ ਦਾ ਮਾਲਕ। ਜਿਵੇਂ ਸਾਡੇ ਸਾਰਿਆਂ ਦਾ ਮਾਲਕ ਨਿਰੰਕਾਰ ਪਰਮਾਤਮਾ ਹੈ, ਸਾਡੀ ਸੁਰਤੀਆਂ ਦਾ ਮਾਲਕ, ਤੇ ਜੋ ਫਿਰ ਗੁਰਮੁਖ ਉਹਦੇ ਵਿੱਚ ਸਮਾ ਗਏ ਉਹ ਵੀ ਉਹਦਾ ਹੀ ਰੂਪ ਹੋ ਗਏ। ਤੇ ਇਸ ਕਰਕੇ ਫਿਰ ਜਦੋਂ ਇਸ ਸੰਸਾਰ ਦੇ ਵਿੱਚ ਗੁਰਮੁਖ ਹੁੰਦੇ, ਬ੍ਰਹਮ ਗਿਆਨੀ ਹੁੰਦੇ, ਫਿਰ ਉਹਨਾਂ ਨੂੰ ਇਸ ਬ੍ਰਹਿਮੰਡ ਦਾ ਮੁਖੀ ਥਾਪਿਆ ਜਾਂਦਾ। ਤੇ ਉਹ ਜੋ ਮੁਖੀ ਹੁੰਦਾ ਹੈ ਫਿਰ ਉਹ ਸਾਡੇ ਸਾਰੀਆਂ ਸੁਰਤੀਆਂ ਨੂੰ ਕੰਟਰੋਲ ਕਰਦਾ। ਸਾਡੀਆਂ ਸਾਰੀਆਂ ਸੁਰਤੀਆਂ ਦਾ ਉਹ ਮੁਖੀ ਹੁੰਦਾ ਹੈ। ਤੇ ਫਿਰ ਉਹ ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ ਹਾਂ ਫਿਰ ਉਹ ਸਾਡੀਆਂ ਸੁਰਤੀਆਂ ਨੂੰ ਇਹ ਤ੍ਰੈ ਗੁਣਾਂ ਤੋਂ ਉੱਪਰ ਉਠਾ ਕੇ ਲੈ ਜਾਂਦੀ ਚੌਥੇ ਪਦ ਦੇ ਵਿੱਚ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਰਬ ਕਾ ਧਨੀ, ਵੀ ਉਹ ਸਾਰੀਆਂ ਸੁਰਤੀਆਂ ਦਾ ਮਾਲਕ ਹੈ। ਉਹ ਜਿਸ ਸੁਰਤੀ ਨੂੰ ਵੀ ਚਾਹਵੇ ਉਸੇ ਸੁਰਤੀ ਨੂੰ ਉਹ ਤ੍ਰੈ ਗੁਣਾਂ ਚੋਂ ਕੱਢ ਕੇ ਚੌਥੇ ਪਦ 'ਚ ਲਿਜਾ ਸਕਦਾ ਹੈ। ਜਿਸ ਵੀ ਮਨ ਨੂੰ ਉਹ ਚਾਹਵੇ ਉਹ ਥੱਲਿਓਂ ਉਠਾ ਕੇ ਉੱਪਰ ਲਿਜਾ ਸਕਦਾ। ਇਸ ਵਾਸਤੇ ਉਹਦੇ ਤੇ ਮਾਲਕ 'ਚ ਕੋਈ ਅੰਤਰ ਨਹੀਂ। ਜਿਵੇਂ ਪਰਮਾਤਮਾ ਨਿਰੰਕਾਰ ਚਾਹਵੇ ਤੇ ਜਿਹਨੂੰ ਮਰਜ਼ੀ ਉਹ ਸਾਨੂੰ ਬਾਂਹ ਫੜ ਕੇ ਕੱਢ ਲਵੇ ਭਵ ਸਾਗਰ ਦੇ ਵਿੱਚੋਂ। ਇਸੇ ਤਰ੍ਹਾਂ ਹੀ ਫਿਰ ਉਹੀ ਅਖਤਿਆਰ ਮਾਲਕ ਆਪਦੇ ਬੱਚਿਆਂ ਨੂੰ, ਗੁਰਮੁਖਾਂ ਨੂੰ, ਬ੍ਰਹਮ ਗਿਆਨੀਆਂ ਨੂੰ ਦੇ ਦਿੰਦਾ ਬਈ ਉਹ ਜਿਹਨੂੰ ਮਰਜ਼ੀ ਸਾਨੂੰ ਬਾਂਹ ਪਕੜ ਕੇ ਬਾਹਰ ਕੱਢ ਲੈਣ ਭਵ ਸਾਗਰ ਤੋਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਬ੍ਰਹਮ ਗਿਆਨੀ ਵੀ ਉਹਦਾ ਸੰਗ ਕਰਕੇ ਪਤਾ ਨਹੀਂ ਕਿੰਨੇ ਕੁ ਜੀਵ ਨੇ ਜਿਹੜੇ ਉਹ ਤਰ ਜਾਂਦੇ ਨੇ। ਕਰੋੜਾਂ ਜੀਵਾਂ ਦਾ ਆਧਾਰ ਕੁਝ ਅੰਦਰ ਜਿਹੜੇ ਉਹਨਾਂ ਦਾ ਸੰਗ ਕਰਦੇ, ਜਿਹੜੇ ਉਹਨਾਂ ਦੇ ਵਚਨ ਸੁਣਦੇ, ਵਚਨ ਮੰਨਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਤੁਸੀਂ ਵੀ ਐਸੇ ਗੁਰਮੁਖਾਂ ਦਾ, ਐਸੇ ਸੰਤਾਂ ਦਾ ਸੰਗ ਕਰੋ। ਹੁਣ ਸੰਸਾਰ ਦੇ ਵਿੱਚ ਜੀਵ ਲੱਭਦੇ ਤਾਂ ਹੈਗੇ ਪਰਮਾਤਮਾ ਨੂੰ, ਪਰ ਢੂੰਡਦੇ ਉਹ ਅੰਨ੍ਹਿਆਂ ਵਾਂਗੂ, ਕਿਉਂਕਿ ਉਹਨਾਂ ਕੋਲ ਗਿਆਨ ਦੀ ਅੱਖ ਨਹੀਂ ਹੈ। ਜਿਹੜੇ ਬ੍ਰਹਮ ਗਿਆਨੀ ਸੰਤ ਉਹਨਾਂ ਨੂੰ ਤਾਂ ਚੀਨਦੇ ਨਹੀਂ, ਉਹਨਾਂ ਦੀ ਪਹਿਚਾਣ ਨਹੀਂ ਕਰਦੇ। ਇਸ ਲਈ ਮਹਾਰਾਜ ਕਹਿੰਦੇ ਢੂੰਡਤ ਢੂੰਡੇ ਅੰਧਗਤ ਔਰ ਚੀਨਤ ਨਾਹੀ ਸੰਤ, ਕਹਿ ਨਾਮਾ ਕਿਉਂ ਪਾਈਏ ਬਿਨ ਭਗਤੋ ਭਗਵੰਤ। ਬਈ ਜੀਵ ਢੂੰਡਦਾ ਰਿਹਾ ਪਰ ਅੰਨ੍ਹਿਆਂ ਵਾਂਗੂ, ਕਿਉਂਕਿ ਉਹਦੇ ਕੋਲ ਗਿਆਨ ਨਹੀਂ, ਗਿਆਨ ਦਾ ਪ੍ਰਕਾਸ਼ ਨਹੀਂ ਹੈ। ਤੇ ਉਹ ਕਹਿੰਦੇ ਵੀ ਭਗਤਾਂ ਤੋਂ ਬਿਨਾਂ, ਬ੍ਰਹਮ ਗਿਆਨੀਆਂ ਤੋਂ, ਸੰਤਾਂ ਤੋਂ ਬਿਨਾਂ ਤੁਸੀਂ ਭਗਵਾਨ ਨੂੰ ਕਿਵੇਂ ਢੂੰਡ ਲਓਗੇ, ਕਿਵੇਂ ਲੱਭ ਲਓਗੇ। ਜੇ ਅਸੀਂ ਜਦੋਂ ਦ੍ਰਿਸ਼ਟਮਾਨ ਸਰੀਰ ਦੇ ਵਿੱਚ ਸਾਨੂੰ ਬ੍ਰਹਮ ਗਿਆਨੀ ਦੀ ਨਹੀਂ ਪਹਿਚਾਣ ਆ ਰਹੀ, ਸੰਤਾਂ ਦੀ ਸਾਨੂੰ ਪਹਿਚਾਣ ਨਹੀਂ ਆ ਰਹੀ, ਤੇ ਪਰਮਾਤਮਾ ਦੀ ਪਹਿਚਾਣ ਕਰਨੀ ਤਾਂ ਉਦੋਂ ਵੀ ਔਖੀ, ਕਿਉਂਕਿ ਉਹ ਤਾਂ ਹੈ ਹੀ ਅਦਿੱਖ ਸੂਖਮ ਹੈ। ਜੇ ਸਾਨੂੰ ਦ੍ਰਿਸ਼ਟਮਾਨ ਦੇ ਵਿੱਚ ਸਾਹਮਣੇ ਸਾਡੇ ਖੜੇ ਹੋਏ ਗੁਰਮੁਖ, ਜੇ ਸਾਨੂੰ ਉਹਨਾਂ ਦੀ ਪਹਿਚਾਣ ਨਹੀਂ ਆਉਂਦੀ ਤੇ ਫਿਰ ਮਾਲਕ ਦੀ ਪਹਿਚਾਣ ਕਿਵੇਂ ਕਰਾਂਗੇ। ਉਹਨਾਂ ਨੇ ਹੀ ਤਾਂ ਸਾਨੂੰ ਪਰਮਾਤਮਾ ਦੀ ਪਹਿਚਾਣ ਕਰਾਉਣੀ, ਉਹੀ ਤਾਂ ਵਿੱਚ ਵਿਚੋਲੇ ਬਣਦੇ।
जे संत साधु ब्रह्म ज्ञानी सानू नाम मिलन तो सीधा कोई परमात्मा नूं मिल नहीं सकता, सीधा कोई जान नहीं सकता। सीधा तो परमात्मा उन्हां नूं ही जनाउंदा है जिन्हां ते पूरे प्रसन्न हुंदे। जिन्हां ते प्रसन्न हो गए उन्हां नूं जना दिता, उन्हां नूं आपां बुझा दिता, उन्हां नूं ब्रह्म ज्ञानी कह दिता। तो आपां सारिआं नूं कह दिता भी जे तुसीं मैनूं मिलना चाहुंदे हो फिर तुसीं ये ब्रह्म ज्ञानी गुरमुख दा संग करके आ जाओ, ये तुहानूं दसदे। जिस नूं मारे फिर दसदे आपां नूं रूप न रेख न रंग किछ त्रै गुण ते प्रभ भैन तिसे बुझाए नानका जिस होवे सो प्रसन्न। भी जिन्हां च पूरे प्रसन्न हुंदे उन्हां नूं अपना आपा बुझाउंदे, अपना आपा जनाउंदे। फिर वो आपां नूं दसदे भी ये जो संसार च असीं रंग देखते हैं माया दे रंग ने त्रै गुणां च, पर आप मालक है जो रंगां चों वखरा, वो त्रै गुणां तो भिन्न है, इन्हां तो वखरा वो रंगां चों। ते किन्हां नूं बुझाउंदा जिन्हां ते पूरे प्रसन्न, ते जिन्हां ते प्रसन्न वो फिर आपां नूं दसदे भी मालक दा कोई रूप रंग कोई रेख भेख कोई जात पात नहीं है, वो नरोल प्रकाश रूप है। जैस वरदाई आपां नूं रोज गुरु गोबिंद सिंह जी फरमाउंदे चक्कर चेह नर वरन जात और पात नहिंजे, रूप रंग रेख भेख कहू कह न सकत के, अचल मूरत अनुभव प्रकाश हम सोच कहीजे। बई जो मालिक है वो जोत स्वरूप प्रकाश रूप है। तो आपां नूं फिर समझाउंदे भी उहदा सिमरन करो। हुण जो मालिक प्रकाश रूप है उहदे फिर ये नां रखे ने जीवां ने आपो अपनी भाषा दे विच। किसी ने राम कह दिता भी जो घट घट दे विच रमिया होया राम है। किसी ने अल्लाह अविनाशी स्वामी बीठल। तो जदों तो पंजाबी भाषा शुरू हुई इसे सच निरंकार नूं वाहिगुरू आखिए। तो इस करके हुण जो आपां वाहिगुरू जपदे आपां मालिक परमात्मा दा सिमरन करदे हां जिहदा कोई रूप रंग रेख भेख नहीं। जदों असीं उहदा सिमरन करांगे तो फिर आपां ये विचारां फौरनियां तो मन नूं रहित करके फिर असीं उहनूं मिल सकदे। आओ हुण किवें असीं मन नूं विचारां तो रहित करना, जो महाराज आपां नूं इस आसगिरा सिमरन दसदे। आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਇਹ ਆਪਾਂ ਬਾਝੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮਕਾਰ ਕਰਦੇ, ਇਹ ਆਪਾਂ ਸਿਮਰਨ ਕੀਤੀ ਜਾਣਾ। ਮਾਰੇ ਫਰਮਾਉਂਦੇ ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ, ਕਿ ਸਦਾ ਹੀ ਤੇ ਆਵੋ ਸਾਸ ਗਿਰਾਸ ਤੇ ਆਵੋ, ਸਿਮਰਨ ਕਰਦੇ ਰਹੋ। ਸੋ ਇਹ ਆਪਾਂ ਫਿਰ ਵਾਚੋ ਵੱਧ ਅਭਿਆਸ ਕਰਨਾ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਨਾਲ ਨਾਲ ਖੋਜਣਾ, ਵਿਚਾਰਨਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਸਾਰੀ ਗੁਰਬਾਣੀ 'ਚ ਅੰਮ੍ਰਿਤ ਹੈ, ਜਦੋਂ ਆਪਾਂ ਵਿਚਾਰਾਂਗੇ ਸਾਡਾ ਮਨ ਧੋਤਾ ਜਾਏਗਾ। ਮਹਾਰਾਜ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਆਪ, ਬਾਣੀ ਅੰਮ੍ਰਿਤ ਸਾਰੀ, ਕਿ ਸਾਰੀ ਗੁਰਬਾਣੀ ਅੰਮ੍ਰਿਤਮਈ। ਜਦੋਂ ਅਸੀਂ ਵਿਚਾਰ ਕੇ ਪੜ੍ਹਾਂਗੇ, ਖੋਜਾਂਗੇ, ਤੇ ਸਾਡੇ ਮਨ ਨੂੰ ਧੋ ਦੇਣਗੇ। ਜਦੋਂ ਅਸੀਂ ਵਿਚਾਰਦੇ ਨਹੀਂ ਤਾਂ ਸਾਡਾ ਮਨ ਨਹੀਂ ਧੋਤਾ ਜਾਂਦਾ। ਸੋ ਇਸ ਵਾਸਤੇ ਆਪਾਂ ਗੁਰਬਾਣੀ ਨੂੰ ਵਿਚਾਰਨਾ ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ। ਬਾਕੀ ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ, ਗੁਰਬਾਣੀ ਗੁਰੂ ਦੁਆਰਾ ਸਾਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਜੋ ਆਪਾਂ ਸੰਸਾਰ ਦੇ ਵਿੱਚ ਇੱਥੇ ਆਏ ਹਾਂ, ਸਾਨੂੰ ਮਾਨਸ ਜਾਮਾ ਮਿਲਿਆ, ਕਿਵੇਂ ਅਸੀਂ ਇਸ ਮਾਨਸ ਜਾਮੇ ਦਾ ਲਾਹਾ ਕੱਟਣਾ, ਕਿਵੇਂ ਆਪਾਂ ਸਦਾ ਵਾਸਤੇ ਜੀਵਨ ਮੁਕਤ ਹੋਣਾ, ਕਿਵੇਂ ਅਸੀਂ ਅਮਰ ਪਦਵੀ ਹਾਸਲ ਕਰਨੀ, ਉਹ ਆਪਾਂ ਨੂੰ ਗੁਰਬਾਣੀ ਗੁਰੂ ਦੁਆਰਾ ਗੁਰਮੁਖਾਂ ਨੇ ਬੜਾ ਸਰਲ, ਬੜਾ ਸੌਖਾ ਕਰਕੇ ਭੇਜ ਦਿੱਤਾ, ਤਾਂ ਕਿ ਹਰ ਇੱਕ ਜੀਵ ਇਹ ਭੇਦ ਲੈ ਕੇ ਆਪਦੇ ਜੀਵਨ ਦਾ ਲਾਹਾ ਕੱਟ ਕੇ ਇੱਥੋਂ ਵਾਪਸ ਜਾਵੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਆ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
वाहेगुरु 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 जी का खालसा वाहेगुरु जी की फतेह।